ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। MK ਗੁਰਬਾਣੀ ਵਿਚਾਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਕਿਸ ਤਰ੍ਹਾਂ ਮੱਖਣ ਸ਼ਾਹ ਲੁਬਾਣੇ ਦਾ ਬੇੜਾ ਕਿਨਾਰੇ ਲੱਗਾ ਔਰ ਕਿਸ ਤਰ੍ਹਾਂ ਉਸਨੇ ਗੁਰੂ ਨੂੰ ਪ੍ਰਗਟ ਕੀਤਾ। ਭਾਈ ਗੁਰਦੇਵ ਸਿੰਘ ਜੀ ਦੁਆਰਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਮੱਖਣ ਸ਼ਾਹ ਲੁਬਾਣਾ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ, ਸਤਿਗੁਰ ਨੇ ਅਰਦਾਸ ਪ੍ਰਵਾਨ ਕੀਤੀ। ਆਓ ਬੜੇ ਪਿਆਰ ਨਾਲ ਸਾਖੀ ਸਰਵਣ ਕਰੀਏ ਜੀ। ਸਿੱਖਾਂ ਦੀ ਤਾਕਤ ਨੂੰ ਖਤਮ ਕਰਨ ਲਈ ਗੈਰਾਂ ਵੱਲੋਂ ਮੁੱਢ ਤੋਂ ਹੀ ਹੀਲੇ ਹੁੰਦੇ ਆਏ ਹਨ। ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਕਦੀ ਬ੍ਰਾਹਮਣ, ਕਦੀ ਕਾਜੀ ਮੁੱਲਾ, ਕਦੀ ਜੋਗੀ ਇਸ ਨੂੰ ਤਬਾਹ ਕਰਨ ਦੇ ਨਾਕਾਮ ਯਤਨ ਕਰਨ ਲੱਗ ਪਏ ਸਨ। ਵੇਲੇ ਦੀ ਹਕੂਮਤ ਨੇ ਵੀ ਘੱਟ ਨਾ ਕੀਤੀ, ਜਿਸ ਦੀ ਪ੍ਰੋੜਤਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਹੁੰਦੀ ਹੈ। ਜਿੱਥੇ ਸ਼ਹਾਦਤ ਵਿੱਚ ਹਕੂਮਤ ਦਾ ਹੱਥ ਸੀ, ਉੱਥੇ ਉਸ ਸਮੇਂ ਦੇ ਕਾਜੀ ਮੁਲਾਣੇ, ਬ੍ਰਾਹਮਣ ਤੇ ਰਿਸ਼ਤੇਦਾਰਾਂ ਵਿੱਚੋਂ ਕੁਝ ਗੁਰੂ ਧਰੋਹੀ ਸਨ। ਰਾਮ ਰਾਏ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ ਸਨ। ਉਹਨਾਂ ਨੂੰ ਖਰੀਦਣ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਮੁਕਾਬਲੇ ਤੇ ਦੇਹਰਾਦੂਨ ਵਿਖੇ ਡੇਰਾ ਸਥਾਪਿਤ ਕਰਵਾ ਕੇ ਗੁਰੂ ਘਰ ਦਾ ਵਿਰੋਧ ਕਰਨ ਵਿੱਚ ਹਕੂਮਤ ਯਤਨ ਕਰਦੀ ਰਹੀ। ਇਹ ਵੱਖਰੀ ਗੱਲ ਹੈ ਕਿ ਇਸ ਵਿੱਚ ਉਹ ਕਾਮਯਾਬ ਨਾ ਹੋ ਸਕੀ। ਗੁਰੂ ਸਾਹਿਬ ਮੁੱਢ ਤੋਂ ਹੀ ਸਿੱਖਾਂ ਦੀ ਪ੍ਰੀਖਿਆ ਲੈਂਦੇ ਆ ਰਹੇ ਸਨ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਹ ਕੌਮ ਹਰ ਮੈਦਾਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਸਕੇ। ਇਤਿਹਾਸ ਨੇ ਇਹੋ ਜਿਹੀਆਂ ਕਈ ਸਾਖੀਆਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਖਾਂ ਦੀਆਂ ਦਿਮਾਗੀ, ਮਾਨਸਿਕ, ਆਤਮਿਕ ਅਤੇ ਸਰੀਰਕ ਅਵਸਥਾਵਾਂ ਵੀ ਕਾਫੀ ਉੱਚੀਆਂ ਹੋ ਚੁੱਕੀਆਂ ਸਨ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਿੱਖਾਂ ਦੇ ਇਮਤਿਹਾਨ ਲਈ ਇੱਕ ਕੌਤਕ ਕੀਤਾ ਕਿ ਜੋਤੀ ਜੋਤ ਸਮਾਉਣ ਸਮੇਂ ਇਹ ਕਹਿ ਕੇ ਕਿ ਬਾਬਾ ਬਕਾਲੇ ਹੈ। ਸਿੱਖਾਂ ਨੂੰ ਸਹੀ ਗੁਰੂ ਦੀ ਜਾਣਕਾਰੀ ਲੈਣ ਲਈ ਇਮਤਿਹਾਨ ਵਿੱਚ ਪਾ ਗਏ। ਭਾਵ ਤਾਂ ਸਪਸ਼ਟ ਸੀ ਕਿ ਗੁਰੂ ਜੋਤ ਹੁਣ ਬਕਾਲੇ ਵਿੱਚ ਹੈ। ਜਦ ਗੁਰੂ ਦੇ ਸਿੱਖਾਂ ਨੇ ਸੁਣਿਆ ਤੇ ਪਤਾ ਲੱਗਾ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਹੁਣ ਬਕਾਲੇ ਵਾਲੇ ਬਾਬਾ ਜੀ ਤੇ ਉੱਤੇ ਆ ਗਈ ਹੈ, ਤਾਂ ਵਹੀਰਾਂ ਉਧਰ ਨੂੰ ਸੰਗਤਾਂ ਨੇ ਪਾ ਦਿੱਤੀਆਂ। ਅੱਗੋਂ ਕਈ ਦਾਅਵੇਦਾਰ ਵੀ ਮੌਕਾ ਪਾ ਕੇ ਬਾਬੇ ਬਕਾਲੇ ਆ ਪੁੱਜੇ। ਉਹਨਾਂ ਸਾਰਿਆਂ ਨੇ ਆਪਣੇ ਬਾਰੇ ਗੁਰੂ ਹੋਣ ਦਾ ਐਲਾਨ ਕਰ ਦਿੱਤਾ। ਇਹਨਾਂ ਸਾਰਿਆਂ ਵਿੱਚੋਂ ਧੀਰਮਲ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੋਤਰਾ ਸੀ ਤੇ ਬਾਬੇ ਗੁਰਦਿੱਤੇ ਜੀ ਦਾ ਫਰਜ਼ੰਦ ਸੀ, ਨੇ ਬਹੁਤ ਸਾਰੇ ਮਸੰਦ ਆਪਣੇ ਘੇਰੇ ਵਿੱਚ ਲੈ ਕੇ ਸਭ ਨਾਲੋਂ ਵੱਧ ਅਡੰਬਰ ਕਰ ਗੁਰਗੱਦੀ ਦਾ ਸਹੀ ਵਾਰਸ ਬਣਨ ਦਾ ਯਤਨ ਕੀਤਾ। ਉਸਨੇ ਕਈ ਬਦਮਾਸ਼ ਤੇ ਗੁੰਡਾ ਤਬੀਅਤ ਬੰਦਿਆਂ ਨੂੰ ਵੀ ਬੁਲਾ ਕੇ ਆਪਣੇ ਕੋਲ ਰੱਖ ਲਿਆ। ਉਸ ਵਿੱਚ ਗੁਰੂ ਜੋਤ ਤਾਂ ਸੀ ਹੀ ਨਹੀਂ, ਉਹ ਤਾਂ ਤਾਕਤ ਨਾਲ ਗੁਰੂ ਬਣਨਾ ਚਾਹੁੰਦਾ ਸੀ। ਉਹ ਸਮਝਦਾ ਸੀ ਕਿ ਜਦ ਗੁਰੂ ਜੋਤ ਪ੍ਰਗਟ ਹੋ ਗਈ ਤਾਂ ਉਸ ਨਾਲ ਟੱਕਰ ਲਈ ਤਾਕਤ ਤੇ ਦਿਖਾਵੇ ਦੀ ਲੋੜ ਪਏਗੀ ਤੇ ਉਹ ਇਹਨਾਂ ਯਤਨਾਂ ਨਾਲ ਗੁਰਗੱਦੀ ਉੱਤੇ ਹੱਕ ਜਮਾਉਣ ਵਿੱਚ ਕਾਮਯਾਬ ਹੋ ਜਾਵੇਗਾ। ਦੂਜੇ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਵੇਲੇ ਬਕਾਲੇ ਵਿੱਚ ਸਨ ਤੇ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਸਨ ਨੂੰ ਪਤਾ ਲੱਗ ਚੁੱਕਾ ਸੀ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਉਹਨਾਂ ਉੱਤੇ ਆ ਚੁੱਕੀ ਹੈ। ਪਰ ਉਹ ਜਾਣ ਬੁੱਝ ਕੇ ਗੁਰੂ ਦੇ ਸਿੱਖਾਂ ਦੀਆਂ ਪ੍ਰੀਖਿਆ ਹਿੱਤ ਪ੍ਰਗਟ ਹੀ ਨਾ ਹੋਏ ਤੇ ਉਹਨਾਂ ਆਪਣਾ ਜੀਵਨ ਉਸੇ ਤਰ੍ਹਾਂ ਕਿਰਤਕਾਰ ਤੇ ਭਜਨ ਬੰਦਗੀ ਵਿੱਚ ਹੀ ਗੁਜ਼ਾਰਨਾ ਜਾਰੀ ਰੱਖਿਆ। ਸਗਨ ਤਾਂ ਦੂਰੋਂ ਨੇੜਿਓਂ ਗੁਰੂ ਘਰ ਲਈ ਮਾਇਆ ਰਸਦ ਆਦਿ ਲੈ ਕੇ ਪੁੱਜਦੀਆਂ, ਤਾਂ ਅੱਗੋਂ ਅਕੌਤੀ ਗੁਰੂਆਂ ਦੇ ਮਸੰਦ ਉਹਨਾਂ ਨੂੰ ਪ੍ਰੇਰ ਕੇ ਆਪਣੇ ਗੁਰੂ ਦੇ ਡੇਰੇ 'ਤੇ ਲੈ ਜਾਂਦੇ, ਉਹਨਾਂ ਨੂੰ ਅਨੇਕਾਂ ਵਾਰ ਆਦਿ ਦੇ ਕੇ ਲੁੱਟ ਲੈਂਦੇ। ਲਗਭਗ 4 ਮਹੀਨੇ ਇਹ ਹਾਲਤ ਜਾਰੀ ਰਹੀ
ਸਿਆਣੇ ਗੁਰਸਿੱਖ ਇਸ ਦੀ ਭਾਲ ਵਿੱਚ ਸਨ ਕਿ ਅਸਲੀ ਗੁਰੂ ਕੌਣ ਹੈ, ਕਿਉਂਕਿ ਇਹਨਾਂ ਅਖੌਤੀ ਗੁਰੂਆਂ ਦਾ ਵਿਵਹਾਰ ਨਿਰੋਲ ਮਾਇਆ ਪ੍ਰਸਤੀ ਵਾਲਾ ਸੀ। ਭਾਈ ਮੱਖਣ ਸ਼ਾਹ ਜੀ, ਜੋ ਕਿ ਭਾਈ ਮਨਸੁਖ ਦੀ ਤਰ੍ਹਾਂ ਇੱਕ ਕਿਰਤੀ ਪ੍ਰਚਾਰਕ ਸੀ, ਵਿਦੇਸ਼ਾਂ ਵਿੱਚ ਜਾ ਕੇ ਵਪਾਰ ਆਦਿ ਕਰਦਾ ਸੀ ਤੇ ਗੁਰੂ ਦੇ ਸਿੱਖਾਂ ਕੋਲੋਂ ਦਸਵੰਧ ਆਦਿ ਦੀ ਮਾਇਆ ਇਕੱਤਰ ਕਰਕੇ ਗੁਰੂ ਦੇ ਘਰ ਪਹੁੰਚਾਉਂਦਾ ਸੀ। ਜਦ ਉਹ ਵਪਾਰ ਲਈ ਬਾਹਰ ਗਿਆ ਸੀ, ਉਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਸਨ, ਪਰ ਜਦੋਂ ਹੁਣ ਉਹ ਵਪਾਰ ਕਰਕੇ ਵਾਪਸ ਆ ਰਿਹਾ ਸੀ ਤੇ ਉਹਨੂੰ ਰਸਤੇ ਵਿੱਚ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਗਏ ਹਨ ਤੇ ਸਤਿਗੁਰ ਦਾ ਜਾਪ ਕਰਦਾ ਇੱਕ ਦਿਨ ਅਚਾਨਕ ਜਹਾਜ਼ ਜਿਹੜਾ ਹੈ ਮੱਖਣ ਸ਼ਾਹ ਲੁਬਾਣੇ ਦਾ, ਉਹ ਡੱਕੇ ਡੋਲੇ ਖਾਣ ਡੈ ਪਿਆ। ਰਾਹ ਦੇ ਵਿੱਚ ਸਮੁੰਦਰ ਦੇ ਵਿਚਕਾਏ ਜਹਾਜ਼ ਡੁੱਬਣ ਡੈ ਪਿਆ। ਜਦੋਂ ਜਹਾਜ਼ ਡੁੱਬਦਾ ਵੇਖ ਕੇ ਮੱਖਣ ਸ਼ਾਹ ਨੇ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ 'ਤੇ ਜੋ ਵੀ ਗੁਰੂ ਸਾਹਿਬਾਨ ਹਨ, ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰਾ ਬੇੜਾ ਬੰਨੇ ਲਾ ਦਿਓ। 500 ਮੋਹਰਾਂ ਮੱਖਣ ਸ਼ਾਹ ਨੇ ਸੁਖੀਆਂ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਂ ਆਪ ਦੇ ਚਰਨਾਂ ਵਿੱਚ 500 ਮੋਹਰਾਂ ਭੇਟਾ ਕਰਾਂਗਾ, ਮੇਰਾ ਬੇੜਾ ਬੰਨੇ ਲਾ ਦਿਓ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ, ਜੋ 9ਵੇਂ ਪਾਤਸ਼ਾਹ ਗੁਰੂ ਨਾਨਕ ਦੀ ਜੋਤ 9ਵੇਂ ਗੱਦੀ 'ਤੇ ਬਿਰਾਜਮਾਨ ਸਨ, ਉਹਨਾਂ ਨੇ ਆਪਣਾ ਮੋਢਾ ਦੇ ਕੇ ਬੇੜਾ ਬੰਨੇ ਲਾ ਦਿੱਤਾ। ਇਸ ਤਰ੍ਹਾਂ ਮੱਖਣ ਸ਼ਾਹ ਲੁਬਾਣਾ ਜੀ ਦੀ ਅਰਦਾਸ ਬੇਨਤੀ ਪ੍ਰਵਾਨ ਹੋ ਗਈ ਅਤੇ ਮੱਖਣ ਸ਼ਾਹ ਲੁਬਾਣਾ ਇਸ ਕਰਕੇ ਖੁਸ਼ ਹੋ ਗਿਆ। ਮੱਖਣ ਸ਼ਾਹ ਜਦੋਂ ਦਿੱਲੀ ਪਹੁੰਚਿਆ ਤੇ ਆਪਣੇ ਸਾਥੀਆਂ ਸਮੇਤ ਅਤੇ ਕੁਝ ਹੋਰ ਗੁਰਸਿੱਖਾਂ ਸਮੇਤ ਬਾਬੇ ਬਕਾਲੇ ਪੁੱਜਾ। ਉਸ ਸਮੇਂ ਮੁਤਾਬਕ ਆਪਣੀ ਹਿਫਾਜ਼ਤ ਲਈ ਆਪਣੇ ਕੋਲ ਹਥਿਆਰ ਆਦਿ ਰੱਖਣਾ ਹਰ ਇੱਕ ਗੁਰਸਿੱਖ ਜ਼ਰੂਰੀ ਸਮਝਦਾ ਸੀ। ਖਾਸ ਕਰਕੇ ਵਪਾਰੀ ਅਤੇ ਸਿੱਖ ਪ੍ਰਚਾਰਕ ਹਥਿਆਰਬੰਦ ਅਮਲਾ ਨਾਲ ਰੱਖਦੇ ਸਨ। ਇਸ ਲਈ ਮੱਖਣ ਸ਼ਾਹ ਕੋਲ ਵੀ ਪੂਰੇ ਹਥਿਆਰ ਸਨ। ਉਹ ਆਪਣੇ ਸਾਥੀਆਂ ਸਮੇਤ ਬਕਾਲੇ ਪੁੱਜਿਆ। ਅੱਗੋਂ ਉਸ ਨੂੰ ਕਈ ਮਸੰਦਾਂ ਨੇ ਆ ਘੇਰਾ ਪਾਇਆ ਤੇ ਆਪਣੇ ਅਖੌਤੀ ਗੁਰੂ ਦੀ ਮਹਾਨਤਾ ਦਰਸਾਉਣ ਲੱਗ ਪਏ। ਭਾਈ ਮੱਖਣ ਸ਼ਾਹ ਜੀ ਤਾੜ ਗਏ ਕਿ ਇਹ ਹੇਰਾ ਫੇਰੀ ਤੇ ਪਖੰਡ ਝੂਠ ਹੈ। ਜਿਸ ਤਰ੍ਹਾਂ ਇਹ ਮਸੰਦ ਸਾਨੂੰ ਪ੍ਰੇਰਨ ਦਾ ਉਦਮ ਕਰ ਰਹੇ ਸਨ, ਸੱਚੇ ਗੁਰੂ ਨੂੰ ਤਾਂ ਇਸ ਤਰ੍ਹਾਂ ਦੀ ਲੋੜ ਨਹੀਂ ਹੈ ਕਿ ਏਜੰਟਾਂ ਦੇ ਰਾਹੀਂ ਆਪਣਾ ਪ੍ਰਚਾਰ ਕਰਵਾਏ, ਪਰ ਇਸ ਦੁਚਿੱਤੀ ਵਿੱਚੋਂ ਉਸ ਨੂੰ ਇਹ ਤਦਬੀਰ ਸੁੱਝੀ ਕਿ ਸੱਚੇ ਸਤਿਗੁਰੂ ਨੂੰ ਲੱਭਣ ਲਈ ਤੇ ਪਾਖੰਡੀਆਂ ਭੇਖੀਆਂ ਦਾ ਪਾਜ ਉਗੇੜਨ ਲਈ ਇੱਕ ਖਾਸ ਤਰੀਕਾ ਵਰਤਿਆ ਜਾਵੇ। ਸੱਚਾ ਪਾਤਸ਼ਾਹ ਸਰਬ ਕਲਾ ਸਮਰੱਥ ਹੈ ਤੇ ਜਾਣੀ ਜਾਣ ਪਿਤਾ ਹੈ ਤੇ ਹਰ ਇੱਕ ਦੇ ਦਿਲ ਦੀ ਸਮਝਦਾ ਹੈ। ਉਹ 500 ਮੋਹਰਾਂ ਦਸਵੰਧ ਵਜੋਂ ਲੈ ਕੇ ਆਇਆ ਸੀ। ਉਸ ਨੇ ਇਹ ਮਨ ਵਿੱਚ ਧਾਰ ਲਈ ਕਿ ਸੱਚਾ ਪਾਤਸ਼ਾਹ ਆਪਣੇ ਆਪ ਹੀ ਗੁਰੂ ਘਰ ਦੀ ਅਮਾਨਤ ਨੂੰ ਮੰਗ ਲਵੇਗਾ। ਇਸ ਤਰ੍ਹਾਂ ਉਸ ਨੇ 2-2 ਮੋਹਰਾਂ ਹਰੇਕ ਅਖੌਤੀ ਗੁਰੂ ਅੱਗੇ ਰੱਖਣੀਆਂ ਆਰੰਭ ਦਿੱਤੀਆਂ। ਹਰੇਕ ਅਖੌਤੀ ਗੁਰੂ ਨੇ ਉਸ ਨੂੰ ਵਰ ਦਿੱਤਾ ਤੇ ਆਸ਼ੀਰਵਾਦ ਦਿੱਤੀ ਅਤੇ ਸਰੋਪਾ ਦਿੱਤਾ, ਪਰ ਉਸ ਦੇ ਮਨ ਦੀ ਗੱਲ ਨਿਰਾਸ਼ ਹੋ ਕੇ ਉਸ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਸ ਨੂੰ ਸਹੀ ਗੁਰੂ ਦਾ ਦੀਦਾਰ ਹੋਵੇ। ਆਖਰ ਪਤਾ ਕਰਾਉਣ ਤੇ ਇੱਕ ਸੂਹ ਉਸ ਦੇ ਕੰਨ ਵਿੱਚ ਹੋਰ ਪਈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੀ ਉੱਥੇ ਰਹਿੰਦੇ ਹਨ, ਕਿਉਂਕਿ ਰਿਸ਼ਤੇ ਵਿੱਚ ਉਹ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਬੇ ਦਾਦੇ ਹੀ ਲੱਗਦੇ ਹਨ। ਇਸ ਲਈ ਹੋ ਸਕਦਾ ਹੈ ਕਿ ਉਹ ਕਿਤੇ ਗੁਰੂ ਨਾ ਹੋਣ, ਸੋ ਉਹ ਉਹਨਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਪੁੱਜਾ ਤਾਂ ਉਸ ਤਰ੍ਹਾਂ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਅੱਗੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਹੱਸ ਪਏ ਤੇ ਕਹਿਣ ਲੱਗੇ, ਮੱਖਣ ਸ਼ਾਹ, ਤੂੰ ਗੁਰੂ ਘਰ ਦੀ ਅਮਾਨਤ 500 ਮੋਹਰਾਂ ਸੁੱਖੀਆਂ ਸਨ, ਉਹਨਾਂ ਦੀ ਬਜਾਏ ਦੋ ਮੋਹਰਾਂ ਹੀ ਭੇਟ ਕਰ ਰਹੇ ਹੋ, ਕੀ ਕਾਰਨ ਹੈ? ਭਾਈ ਮੱਖਣ ਸ਼ਾਹ ਦੀ ਖੁਸ਼ੀ ਦੀ ਹੱਦ ਨਾ ਰਹੀ ਅਤੇ ਭਾਈ ਮੱਖਣ ਸ਼ਾਹ ਨੂੰ ਪਤਾ ਲੱਗ ਗਿਆ ਕਿ ਸੱਚਾ ਗੁਰੂ ਤੇਗ ਬਹਾਦਰ ਸਾਹਿਬ ਹੀ ਹਨ ਤੇ ਉਹਨਾਂ ਦੇ ਜਦੋਂ ਦੀਦਾਰੇ ਹੋਏ ਤੇ ਬਹੁਤ ਖੁਸ਼ ਹੋਇਆ ਤੇ ਕੋਠੇ ਉੱਤੇ ਚੜ੍ਹ ਕੇ ਉਸਨੇ ਉੱਚੀ ਉੱਚੀ ਹੌਕਾ ਦਿੱਤਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਬਕਾਲੇ ਵਿੱਚ ਸਾਰੇ ਗੁਰੂ ਦੇ ਸਿੱਖ ਭੇਟਾ ਲੈ ਕੇ ਗੁਰੂ ਦਰਸ਼ਨਾਂ ਲਈ ਆ ਇਕੱਠੇ ਹੋਏ। ਦਾਅਵੇਦਾਰ ਗੁਰੂ ਹੋਣ ਨਾਲ ਦਾਲ ਨਾ ਗਲਦੀ ਵੇਖ ਕੇ ਬਕਾਲਾ ਛੱਡ ਕੇ ਆਪਣੇ ਰਾਹ ਪਏ। ਭੱਜ ਗਏ ਉੱਥੋਂ ਦੇ ਜਿਹੜੇ 22 ਮੰਜੀਆਂ ਡਾਹ ਕੇ ਬੈਠੇ ਸਨ, ਪਰ ਧੀਰਮਲ ਨੇ ਬਾਜੀ ਹਾਰਦੀ ਵੇਖ ਕੇ ਸੀਹੇ ਮਸੰਦ ਦੇ ਰਾਹੀਂ ਇੱਕ ਹੋਰ ਹੱਥ ਖੇਡਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਕੱਲੇ ਵੇਖ ਕੇ ਬੰਦੂਕ ਦਾ ਫਾਇਰ ਕੀਤਾ, ਪਰ ਨਿਸ਼ਾਨਾ ਖੁੰਝ ਗਿਆ ਤੇ ਬਚਾਅ ਹੋ ਗਿਆ। ਸੀਹੇ ਨੇ ਆਪਣੇ ਸਾਥੀਆਂ ਸਮੇਤ ਗੁਰੂ ਘਰ ਦਾ ਸਮਾਨ ਲੁੱਟ ਲਿਆ ਤੇ ਧੀਰਮਲ ਨਾਲ ਕਰਤਾਰਪੁਰ ਨੂੰ ਚੱਲ ਪਿਆ। ਮੱਖਣ ਸ਼ਾਹ ਦਾ ਡੇਰਾ ਨਜ਼ਦੀਕ ਹੀ ਸੀ। ਜਦ ਉਸਨੇ ਗੋਲੀ ਦੀ ਆਵਾਜ਼ ਸੁਣੀ ਤਾਂ ਉਹ ਵੀ ਆਪਣੇ ਸਾਥੀਆਂ ਸਮੇਤ ਆ ਪੁੱਜਾ ਤੇ ਪਤਾ ਕਰਨ ਤੇ ਉਹਨਾਂ ਨੇ ਧੀਰਮਲ ਦਾ ਪਿੱਛਾ ਕੀਤਾ ਤੇ ਸਾਰਾ ਸਮਾਨ ਆਦਿ ਖੋਹ ਲਿਆਂਦਾ। ਸੀਹੇ ਨੂੰ ਵੀ ਕਾਬੂ ਕਰ ਲਿਆ ਗਿਆ ਤਾਂ ਸਤਿਗੁਰਾਂ ਨੇ ਉਸ ਨੂੰ ਮਾਫ ਕਰ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਗੁਰਮਤਿ ਦਾ ਸੁਨੇਹਾ ਪਹੁੰਚਾਉਣ ਲਈ ਅਤੇ ਗੁਰੂ ਬਾਣੀ ਦੇ ਨਾਲ ਜੋੜਨ ਲਈ ਬਾਬਾ ਬਕਾਲੇ ਤੋਂ ਤੁਰ ਪਏ। ਮੱਖਣ ਸ਼ਾਹ ਵੀ ਆਪਣੇ ਸਾਥੀਆਂ ਸਮੇਤ ਆਪ ਜੀ ਦੇ ਨਾਲ ਸਨ। ਪਹਿਲੇ ਆਪ ਜੀ ਸ੍ਰੀ ਅੰਮ੍ਰਿਤਸਰ ਪੁੱਜੇ। ਉੱਥੋਂ ਦੇ ਪੁਜਾਰੀਆਂ ਨੇ ਅੰਗੋਂ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਤੇ ਗੁਰੂ ਸਾਹਿਬ ਨੂੰ ਅੰਦਰ ਨਾ ਜਾ ਸਕੇ। ਗੁਰੂ ਸਾਹਿਬ ਪਿੰਡ ਵੱਲੇ ਆ ਗਏ, ਪਰ ਜਦ ਭਾਈ ਮੱਖਣ ਸ਼ਾਹ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਜਾ ਕੇ ਉਹਨਾਂ ਦੀ ਸੁਧਾਈ ਕੀਤੀ ਤੇ ਉਹਨਾਂ ਸਾਰਿਆਂ ਨੇ ਆ ਕੇ ਗੁਰੂ ਸਾਹਿਬ ਪਾਸੋਂ ਖਿਮਾ ਮੰਗੀ ਤੇ ਗੁਸਤਾਖੀ ਦਾ ਪਛਤਾਪ ਕੀਤਾ। ਭਾਈ ਮੱਖਣ ਸ਼ਾਹ ਦਾ ਜਨਮ ਜੇਹਲਮ ਜ਼ਿਲ੍ਹੇ ਦੇ ਵਿੱਚ ਪਿੰਡ ਟਾਂਡੇ ਵਿਖੇ ਹੋਇਆ ਦੱਸਿਆ ਗਿਆ ਹੈ। ਆਪ ਜੀ ਦਾ ਪੂਰਾ ਜੀਵਨ ਸਾਡੇ ਕਿਸੇ ਵੀ ਇਤਿਹਾਸਕਾਰ ਨੇ ਕਲਮਬੰਦ ਕਰਨ ਦਾ ਯਤਨ ਨਹੀਂ ਕੀਤਾ। ਸਿਵਾਏ ਉਪਰੋਕਤ ਦੋ ਕੁ ਘਟਨਾਵਾਂ ਦੇ ਸਾਡੇ ਸਾਰੇ ਇਤਿਹਾਸਕਾਰ ਚੁੱਪ ਹਨ। ਉਹਨਾਂ ਦਾ ਜੀਵਨ ਸਾਡੇ ਲਈ ਇੱਕ ਰੋਸ਼ਨ ਮੁਨਾਰਾ ਹੈ। ਪਤਾ ਨਹੀਂ ਸਾਡਾ ਹੋਰ ਕਿੰਨਾ ਕੁ ਵਿਰਸਾ ਇਸ ਤਰ੍ਹਾਂ ਪ੍ਰਕਾਸ਼ਿਤ ਹੋਣ ਲਈ ਤਰਲੇ ਲੈ ਰਿਹਾ ਹੈ। ਇਸ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਦੀ ਅਰਦਾਸ ਪੂਰੀ ਹੋਈ ਅਤੇ ਬੇੜਾ ਡੁੱਬਦਾ ਬੇੜਾ ਬੰਨੇ ਲੱਗ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अगर वीडियो अच्छी लगी होए तो इसनों लाइक और शेयर जरूर करना। जो चैनल ते नवे हैं वह सबसक्राइब भी कर लेना और बैल आइकन नूं भी दबा लेना और अपने विचार कमेंट द्वारा जरूर शेयर करना। वाहेगुरु जी का खालसा, वाहेगुरु जी की फतेह।